ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਡੰਡੋਤ ਬੰਧਨ ਅਨੁਪਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਕੁਝ ਸਮਾਂ ਗੁਰੂ ਕਿਆਂ ਵਿਚਾਰਾਂ ਆਪ ਜੀ ਨੂੰ ਸਰਵਨ ਕਰਾ ਸਕਾਂ ਉਸ ਤੋਂ ਪਹਿਲੇ 10ਵੇਂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਫਤਿਹ ਸਨਿਮਰ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਤਾ ਤੇ ਬਲਵੰਡ ਗੁਰੂ ਨਾਨਕ ਦੇ ਦੋ ਕੀਰਤਨੀਏ ਹੋਏ ਨੇ। ਸਤਿਗੁਰਾਂ ਦੀ ਉਸਤਤ ਕਰਦਿਆਂ ਹੋਇਆਂ ਉਹ ਲਿਖਦੇ ਨੇ, ਹੋਰਿਓ ਗੰਗ ਵਹਾਈਏ ਦੁਨਿਆਈ ਆਖੇ ਕੀ ਕਿਉ। ਨਾਨਕ ਈਸ਼ਰ ਜਗਨਾਥ ਉਚੈਂਦੀ ਵੈਣ ਵਿਰਕਿਉ। ਸੱਤਾ ਬਲਵੰਡ ਕਹਿੰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸੰਸਾਰ ਵਿੱਚ ਆ ਕੇ ਇਹ ਕੀ ਕੀਤਾ। ਹੋਰਿਓ ਗੰਗ ਵਹਾਈਏ ਦੁਨਿਆਈ ਆਖੇ ਕੀ ਕਿਉ। ਸਾਰੀ ਦੁਨੀਆ ਕਹਿ ਰਹੀ ਹੈ ਕਿ ਗੁਰੂ ਨਾਨਕ ਨੇ ਸੰਸਾਰ ਵਿੱਚ ਆ ਕੇ ਇਹ ਕੀ ਕਰ ਦਿੱਤਾ ਹੈ ਤੇ ਕੀਤਾ ਕੀ ਇਹ ਮਹਾਰਾਜ ਨੇ। ਹੋਰਿਓ ਗੰਗ ਵਹਾਈਏ। ਸੱਤਾ ਬਲਵੰਡ ਕਹਿੰਦੇ ਨੇ ਗੰਗਾ ਚਲਦੀ ਸੀ ਸਿੱਧੇ ਪਾਸੇ, ਗੁਰੂ ਨਾਨਕ ਨੇ ਗੰਗਾ ਚਲਾ ਦਿੱਤੀ ਏ ਪੁੱਠੇ ਪਾਸੇ। ਹੋਰਿਓ ਗੰਗ ਵਹਾਈਏ ਦੁਨਿਆਈ ਆਖੇ ਕੀ ਕਿਉ। ਕੀ ਕੀਤਾ ਹੈ। ਗੰਗਾ ਚਲਦੀ ਸੀ ਸਿੱਧੇ ਪਾਸੇ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੰਗਾ ਚਲਾ ਦਿੱਤੀ ਏ ਪੁੱਠੇ ਪਾਸੇ। ਕਿਸ ਗੰਗਾ ਦੀ ਗੱਲ ਕਰਦੇ ਪਏ ਨੇ। ਸੰਸਾਰ ਦੀ ਇੱਕ ਮਰਿਆਦਾ ਹੈ। ਪਿਤਾ ਦੇ ਚਲਾਣਾ ਕਰ ਜਾਣ ਤੋਂ ਬਾਅਦ ਉਹਦੇ ਸਭ ਤੋਂ ਵੱਡੇ ਪੁੱਤਰ ਨੂੰ ਦਸਤਾਰ ਬੰਨ੍ਹ ਦਿੱਤੀ ਜਾਂਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਦੁਨਿਆਈ ਪਾਤਸ਼ਾਹ ਹੋਏ ਦੇ ਮਰੇ ਪੁੱਤੇ ਪਾਤਸ਼ਾਹੀ। ਦੁਨੀਆ ਦਾ ਕੋਈ ਬਾਦਸ਼ਾਹ ਹੋਵੇ, ਰਾਜਾ ਹੋਵੇ, ਮਹਾਰਾਜਾ ਹੋਵੇ, ਆਪਣੇ ਮਰ ਜਾਣ ਤੋਂ ਬਾਅਦ ਆਪਣੇ ਪੁੱਤਰ ਨੂੰ ਤਖਤ ਦੇ ਜਾਂਦਾ ਹੈ। ਐਸੀ ਦੁਨੀਆ ਦੀ ਇੰਜ ਕਹਿ ਲਓ ਵੀ ਆਦਿ ਕਾਲ ਤੋਂ ਇੱਕ ਮਰਿਆਦਾ ਚਲੀ ਆ ਰਹੀ ਹੈ ਔਰ ਅੱਜ ਤੱਕ ਚੱਲਦੀ ਪਈ ਹੈ। ਹੁਣ ਵੀ ਅਸੀਂ ਘਰਾਂ ਵਿੱਚ ਦੇਖਦੇ ਹਾਂ, ਜਦੋਂ ਕੋਈ ਵੱਡਾ ਬਜ਼ੁਰਗ ਚਲਾਣਾ ਕਰ ਜਾਂਦਾ ਨਾ ਘਰ ਦੇ ਵਿੱਚ, ਉਹਦਾ ਜਿਹੜਾ ਸਭ ਤੋਂ ਵੱਡਾ ਪੁੱਤਰ ਹੁੰਦਾ ਹੈ, ਅਸੀਂ ਉਹਨੂੰ ਦਸਤਾਰ ਬੰਨ੍ਹ ਦਿੰਦੇ ਹਾਂ। ਦਸਤਾਰ ਕਿਉਂ ਬੰਨ੍ਹੀ ਜਾਂਦੀ ਹੈ। ਪਿਤਾ ਦੀ ਜਗ੍ਹਾ ਤੇ ਹੁਣ ਇਹ ਵੱਡਾ ਕਰਦਾ ਹੈ। ਸਾਰੇ ਘਰ ਦੀ ਜ਼ਿੰਮੇਦਾਰੀ ਹੁਣ ਇਸ ਦੀ ਹੋ ਗਈ। ਇਹ ਇੱਕ ਮਿੱਥੀ ਹੋਈ ਮਰਿਆਦਾ ਸ਼ੁਰੂ ਤੋਂ ਹੀ ਚੱਲੀ ਆ ਰਹੀ ਹੈ।
ਗੁਰੂ ਨਾਨਕ ਸੱਚੇ ਪਾਤਸ਼ਾਹ ਅਗਰ ਇਸ ਮਰਿਆਦਾ ਦੇ ਮੁਤਾਬਕ ਚੱਲਦੇ ਮਹਾਰਾਜ, ਤਾਂ ਫਿਰ ਸਤਿਗੁਰਾਂ ਨੂੰ ਕੁਝ ਹੋਰ ਕਰਨ ਦੀ ਲੋੜ ਨਹੀਂ ਸੀ ਪੈਣੀ। ਦੋ ਸਾਹਿਬਜ਼ਾਦੇ ਸਨ ਮਹਾਰਾਜ ਦੇ, ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ। ਜਦੋਂ ਆਪਣਾ ਅੰਤਿਮ ਸਮਾਂ ਦੇਖਦੇ ਤਾਂ ਆਪਣੇ ਪੁੱਤਰ ਨੂੰ ਤਖਤ ਤੇ ਬਿਠਾ ਦੇਣਾ ਸੀ ਉਹਨਾਂ ਨੇ, ਕੁਝ ਕਰਨ ਦੀ ਲੋੜ ਨਹੀਂ ਸੀ ਪੈਣੀ ਫਿਰ। ਲੇਕਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਲਟੀ ਗੰਗਾ ਚਲਾ ਦਿੱਤੀ ਹੈ। ਇਹ ਸੰਸਾਰ ਦੀ ਸਿੱਧੀ ਗੰਗਾ ਸੀ। ਪਿਤਾ ਦੇ ਚਲਾਣੇ ਤੋਂ ਬਾਅਦ ਪੁੱਤਰ ਨੂੰ ਤਖਤ ਤੇ ਬਿਠਾ ਦਿਓ, ਇਹ ਸਿੱਧੀ ਮਰਿਆਦਾ ਸੀ। ਲੇਕਿਨ ਸਤਿਗੁਰਾਂ ਨੇ ਇਸ ਤੋਂ ਉਲਟ ਪੁੱਠੀ ਮਰਿਆਦਾ ਚਲਾ ਦਿੱਤੀ ਹੈ। ਮਹਾਰਾਜ ਨੇ ਆਖਿਆ, ਇਹ ਜੋ ਨਾਨਕ ਨਿਰੰਕਾਰੀ ਦਾ ਤਖਤ ਹੈ ਨਾ, ਇਸ ਤਖਤ ਦੇ ਉੱਤੇ ਕੋਈ ਰਿਸ਼ਤੇਦਾਰ ਨਹੀਂ ਬਹਿ ਸਕਦਾ, ਕੋਈ ਮਿੱਤਰ ਨਹੀਂ ਬਹਿ ਸਕਦਾ, ਇੱਥੇ ਕੋਈ ਸੰਬੰਧ ਨਹੀਂ ਚੱਲ ਸਕਦਾ, ਇੱਥੇ ਕਿਸੇ ਦੀ ਸਿਫਾਰਿਸ਼ ਨਹੀਂ ਚੱਲਣੀ, ਇੱਥੇ ਕਿਸੇ ਦੀ ਰਿਸ਼ਵਤ ਨਹੀਂ ਚੱਲਣੀ ਹੈ। ਤਖਤ ਬਹੇ ਤਖਤੇ ਕੀ ਲਾਇਕ, ਜੋ ਇਸ ਤਖਤ ਦੇ ਲਾਇਕ ਹੋਵੇਗਾ ਨਾ, ਅਸੀਂ ਉਸ ਨੂੰ ਬਿਠਾਵਾਂਗੇ। ਤਖਤ ਰਾਜਾ ਸੋ ਬਹੇ ਜੋ ਤਖਤੇ ਲਾਇਕ ਹੋਈ। ਜਦੋਂ ਕੋਈ ਰਾਜਾ ਚਲਾਣਾ ਕਰ ਜਾਏ ਜਾਂ ਘਰ ਵਿੱਚ ਕੋਈ ਬਜ਼ੁਰਗ ਚਲਾਣਾ ਕਰ ਜਾਂਦਾ ਹੈ ਨਾ, ਅਸੀਂ ਜਦੋਂ ਵੱਡੇ ਪੁੱਤਰ ਨੂੰ ਉਹਦੀ ਜਗ੍ਹਾ ਤੇ ਬਿਠਾ ਦਿੰਦੇ ਹਾਂ, ਅਸੀਂ ਨਹੀਂ ਦੇਖਦੇ ਕਿ ਉਹ ਲਾਇਕ ਹੈ ਜਾਂ ਨਾਲਾਇਕ ਹੈ, ਐਬੀ ਹੈ, ਅਵਗੁਣਿਆਰਾ ਹੈ, ਅਸੀਂ ਕੁਛ ਨਹੀਂ ਦੇਖਦੇ। ਮਰਿਆਦਾ ਬਣੀ ਹੋਈ ਸੀ, ਪਿਤਾ ਚਲਾਣਾ ਕਰ ਗਿਆ, ਪੁੱਤਰ ਨੂੰ ਪੱਗ ਬੰਨ੍ਹ ਦਿਓ, ਬਸ ਇਹ ਮਰਿਆਦਾ ਬਣੀ ਹੋਈ ਸੀ। ਸਤਿਗੁਰਾਂ ਨੇ ਐਸਾ ਨਹੀਂ ਕੀਤਾ ਹੈ। ਮਹਾਰਾਜ ਨੇ ਆਖਿਆ, ਤਖਤ ਬਹੇ ਤਖਤੇ ਕੀ ਲਾਇਕ, ਜੋ ਇਸ ਤਖਤ ਦੇ ਲਾਇਕ ਹੋਵੇਗਾ ਨਾ, ਉਹ ਇਸ ਤਖਤ ਦੇ ਉੱਪਰ ਬਵੇਗਾ। ਸੱਤਾ ਬਲਵੰਡ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਨੇ ਇਹ ਕੀ ਕਰ ਦਿੱਤਾ ਹੈ, ਹੋਰਿਓਂ ਗੰਗ ਵਹਾਈਏ, ਦੂਜੇ ਪਾਸੇ ਗੰਗਾ ਚਲਾ ਦਿੱਤੀ ਹੈ। ਸਿੱਧੀ ਵਗਦੀ ਸੀ ਗੰਗਾ, ਦੁਨੀਆ ਦੀ ਮਰਿਆਦਾ ਬਣੀ ਹੋਈ, ਲੇਕਿਨ ਸਤਿਗੁਰਾਂ ਨੇ ਐਸਾ ਨਹੀਂ ਕੀਤਾ ਹੈ। ਜਿਸ ਵਕਤ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦੇਖ ਲਿਆ ਕਿ ਸਾਡਾ ਹੁਣ ਸੰਸਾਰ ਤੋਂ ਜਾਣ ਦਾ ਸਮਾਂ ਆ ਗਿਆ ਵੇ, ਕੱਲ ਪਾਤਸ਼ਾਹ ਦਾ ਜੋਤੀ ਜੋਤ ਗੁਰਪੁਰਬ ਵੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਦੇਖ ਲਿਆ ਨਾ ਵੀ ਹੁਣ ਸਾਡਾ ਸੰਸਾਰ ਤੋਂ ਜਾਣ ਦਾ ਸਮਾਂ ਆ ਗਿਆ, ਕਿਉਂਕਿ ਕੋਈ ਵੀ ਸਰੀਰ ਹੈ ਉਹ ਸੰਸਾਰ ਦੇ ਵਿੱਚ ਸਦੀਵੀ ਕਾਲ ਨਹੀਂ ਰਹਿ ਸਕਦਾ। ਗੁਰੂ ਨਾਨਕ ਪਾਤਸ਼ਾਹ ਨੇ ਇਸ ਨੂੰ ਬੁਲੰਦ ਆਵਾਜ਼ ਦੇ ਵਿੱਚ ਕਬੂਲ ਕੀਤਾ। ਮਹਾਰਾਜ ਨੇ, ਕੋਈ ਨਹੀਂ ਰਹਿ ਸਕੇਗਾ। ਜੋ ਸੰਸਾਰ ਵਿੱਚ ਆਇਆ ਨਾ, ਉਹ ਇੱਕ ਨਾ ਇੱਕ ਦਿਨ ਜਾਏਗਾ। ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਅੱਜ ਕੇ ਕਾਲ, ਅੱਜ ਹੀ ਆ ਕੱਲ। ਜੋ ਪੈਦਾ ਹੋਇਆ ਨਾ, ਉਹਨੇ ਇੱਕ ਦਿਨ ਜਾਣਾ ਹੀ ਜਾਣਾ ਹੈ। ਅਸੀਂ ਇੱਕ ਸ਼ਬਦ ਵਰਤਨੇ ਆ, ਜਦੋਂ ਕੋਈ ਸਾਡੇ ਕੋਲ ਆਉਂਦਾ ਨਾ, ਤਾਂ ਅਸੀਂ ਕਹਿੰਦੇ ਆ ਫਲਾਣਾ ਬੰਦਾ ਆ ਗਿਆ, ਇਹੀ ਆਖਦੇ ਨਾ ਅਸੀਂ। ਇਹਦੇ ਵਿੱਚ ਹੀ ਦੇਖੋ ਕੈਸਾ ਰਹੱਸ ਛੁਪਿਆ ਹੋਇਆ ਹੈ। ਜਦੋਂ ਅਸੀਂ ਕਹਿੰਦੇ ਆ ਨਾ ਫਲਾਣਾ ਬੰਦਾ ਆ ਗਿਆ, ਤਾਂ ਇਹਦਾ ਮਤਲਬ ਜੋ ਆਇਆ ਉਹ ਗਿਆ। ਜੋ ਆ ਗਿਆ ਨਾ ਇੱਕ ਵਾਰੀ, ਉਹਨੇ ਇੱਕ ਨਾ ਇੱਕ ਦਿਨ ਜਾਣਾ ਹੀ ਹੈ ਇੱਥੋਂ, ਉਹ ਰਹਿ ਨਹੀਂ ਸਕਦਾ ਹੈ। ਕਿਉਂਕਿ ਸਰੀਰ ਸਮੇਂ ਦੇ ਵਿੱਚ ਬਣਿਆ, ਸਮਾਂ ਸਰੀਰ ਨੂੰ ਪੁਰਾਣਾ ਕਰਦਾ ਹੈ। ਜਿਹੜੀ ਵਸਤੂ ਪੁਰਾਣੀ ਆਉਂਦੀ ਹੈ, ਇੱਕ ਦਿਨ ਮਿਟ ਜਾਂਦੀ ਹੈ, ਉਹ ਖਤਮ ਹੋ ਜਾਂਦੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਮਰਦਾਨੇ ਨੂੰ ਭੇਜਿਆ ਸੀ, 1 ਪੈਸੇ ਦਾ ਝੂਠ ਤੇ 1 ਪੈਸੇ ਦਾ ਸੱਚ ਖਰੀਦ ਕੇ ਲਿਆ। ਲੋਕੀ ਹੱਸਦੇ ਸਨ ਵੀ ਇਹ ਸੌਦਾ ਵੀ ਕੋਈ ਬਾਜ਼ਾਰਾਂ ਵਿੱਚ ਮਿਲਦਾ ਹੋਵੇ।
ਪਰ ਜਦੋਂ ਭਾਈ ਮਰਦਾਨਾ ਜੀ ਮੂਲਾ ਖੱਤਰੀ ਕੋਲ ਪਹੁੰਚਦੇ ਨਾ, ਉਹ ਇੱਕ ਕਾਗਜ਼ ਤੇ ਲਿਖ ਦਿੰਦਾ ਹੈ, ਜਿਉਣਾ ਝੂਠ ਤੇ ਮਰਨਾ ਸੱਚ। ਜੇ ਕੋਈ ਆਖੇ ਵੀ ਮੈਂ ਸਦੀਵੀ ਕਾਲ ਸੰਸਾਰ ਵਿੱਚ ਰਹਿ ਜਾਣਾ ਹੈ, ਇਹਦੇ ਵਰਗਾ ਕੋਈ ਝੂਠ ਨਹੀਂ ਹੈ। ਤੇ ਕੋਈ ਆਖੇ ਵੀ ਮੈਂ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ ਹੈ, ਤਾਂ ਇਹਦੇ ਵਰਗਾ ਕੋਈ ਸੱਚ ਨਹੀਂ ਹੈ। ਇੱਕ ਵਿਦਵਾਨ ਦੇ ਬੜੇ ਸੁੰਦਰ ਬੋਲ ਨੇ, ਕਹਿੰਦਾ ਮੌਤ ਸੇ ਭਲਾ ਕਿਸकी यारी है, आज उनकी तो कल अपनी बारी है। ਇਹ ਤੇ ਸਾਡੀ ਵਾਰੀ ਆਉਣੀ ਆਉਣੀ ਹੈ। ਮਲਕਤ ਮੌਤ ਜਾਂ ਆਪਸੀ ਸਭ ਦਰਵਾਜ਼ੇ ਬੰਨ, ਸਾਰੇ ਦਰਵਾਜ਼ੇ ਤੋੜ ਕੇ ਮੌਤ ਨੇ ਇੱਕ ਦਿਨ ਆਉਣਾ ਹੈ। ਪਰ ਬੰਦਾ ਸੰਸਾਰ ਦੇ ਸੁੱਖਾਂ ਦੇ ਵਿੱਚ, ਪਦਾਰਥਾਂ ਦੇ ਵਿੱਚ, ਪਰਿਵਾਰ ਦੇ ਵਿੱਚ ਐਸਾ ਮਸ਼ਗੂਲ ਹੋ ਜਾਂਦਾ ਹੈ ਕਿ ਭੁੱਲ ਹੀ ਜਾਂਦਾ ਵੀ ਇੱਕ ਦਿਨ ਅਸੀਂ ਮਰਨਾ ਵੀ ਹੈ। ਕੇਵਲ ਗੁਰੂ ਨਾਨਕ ਦਾ ਘਰ ਹੈ ਜਿੱਥੇ ਮੌਤ ਚੇਤੇ ਕਰਾਈ ਜਾਂਦੀ ਹੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਛੋੜ ਦੇ ਜੀਵਨ ਦੀ ਆਸ, ਮੌਤ ਨੂੰ ਕਬੂਲ ਕਰ। ਕਿਉਂਕਿ ਕਿਸੇ ਨੇ ਵੀ ਸਦੀਵੀ ਕਾਲ ਰਹਿ ਨਹੀਂ ਜਾਣਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਜੇ ਸਵਾਸ ਆ ਗਿਆ ਤੇ ਅਸੀਂ ਆਦਮੀ ਹਾਂ, ਮਨੁੱਖ ਕਹੇ ਜਾ ਸਕਨੇ ਹਾਂ। ਜੇ ਸਵਾਸ ਨਹੀਂ ਆਇਆ ਤਾਂ ਇਹ ਮਿੱਟੀ ਦੀ ਢੇਰੀ ਹੈ। ਫਿਰ ਘਰ ਵਾਲਿਆਂ ਨੇ ਵੀ ਕਹਿਣਾ ਵੀ ਹੁਣ ਲੈ ਜਾਓ ਇਸ ਨੂੰ ਬਾਹਰ, ਭਾਵੇਂ ਕੋਈ ਕਿਤਨਾ ਹੀ ਪਿਆਰ ਕਿਉਂ ਨਾ ਕਰਦਾ ਹੋਵੇ, ਉਹ ਵੀ ਕਹਿ ਦੇਣਗੇ। ਪਰ ਅਸੀਂ ਭੁੱਲ ਜਾਂਦੇ ਹਾਂ ਸੰਸਾਰ ਦੇ ਕੰਮ ਧੰਦਿਆਂ ਦੇ ਵਿੱਚ, ਪਦਾਰਥਾਂ ਦੇ ਵਿੱਚ, ਸੁੱਖਾਂ ਦੇ ਵਿੱਚ, ਪਰਿਵਾਰ ਦੇ ਵਿੱਚ। ਬੰਦਾ ਮਕਾਨ ਵੀ ਬਣਾਉਂਦਾ ਤੇ ਕਹਿੰਦਾ 2 ਸਰੀਏ ਵੱਧ ਪਾ ਦੇਣਾ, ਜਲਦੀ ਟੁੱਟੇ ਨਾ ਇਹ, ਜਿਵੇਂ ਸਦੀਵੀ ਕਾਲ ਇੱਥੇ ਰਹਿਣਾ ਹੁੰਦਾ ਵੇ ਬੰਦੇ। ਸੁਥਰੇ ਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਸੇਵਾ ਕਰਦੇ ਸਨ। ਸਤਿਗੁਰੂ ਜੀ ਇੱਕ ਦਿਨ ਆਪਣੇ ਵਾਸਤੇ ਉਹ ਪ੍ਰਸ਼ਾਦਾ ਬਣਾ ਰਹੇ ਸਨ। ਕੰਮ ਐਸੇ ਕਰਦੇ ਸਨ, ਲੋਕੀ ਹੱਸਦੇ ਬਹੁਤ ਸਨ, ਲੇਕਿਨ ਹਰ ਗੱਲ ਦੇ ਵਿੱਚ ਕੋਈ ਨਾ ਕੋਈ ਬ੍ਰਹਮ ਗਿਆਨ ਅੰਦਰ ਛੁਪਿਆ ਹੁੰਦਾ ਸੀ। ਪ੍ਰਸ਼ਾਦਾ ਬਣਾ ਰਹੇ ਸਨ ਆਪਣੇ ਵਾਸਤੇ, ਇੱਕ ਪ੍ਰਸ਼ਾਦਾ ਬਣਾਇਆ ਤੇ ਫਿਰ ਉਸਨੂੰ ਖਾਣ ਲੱਗ ਪਏ ਨੇ। ਉਹ ਖਾ ਕੇ ਫਿਰ ਦੂਜਾ ਬਣਾਇਆ, ਫਿਰ ਉਸਨੂੰ ਖਾਣ ਲੱਗ ਪਏ। ਜਦੋਂ ਉਹ ਖਾ ਕੇ ਤੀਸਰਾ ਤਵੇ ਦੇ ਉੱਤੇ ਪਾਇਆ ਨਾ, ਤਾਂ ਕੋਲ ਖੜੇ ਸਨ ਸਿੱਖ। ਉਹਨਾਂ ਆਖਿਆ, ਸੁਥਰਿਆ ਤੂੰ ਬੁੱਢਾ ਹੋ ਗਿਆ, ਤੈਨੂੰ ਰੋਟੀ ਖਾਣ ਦੀ ਜਾਚ ਨਹੀਂ ਆਈ ਅਜੇ ਤੱਕ, ਤੇਰੀ ਇਤਨੀ ਉਮਰ ਹੋ ਗਈ ਹੈ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਲ ਕੇ ਵੱਡਾ ਕੀਤਾ ਸੀ, 10ਵੇਂ ਪਾਤਸ਼ਾਹ ਤੱਕ ਇਹ ਸੇਵਾ ਕਰਦਾ ਰਿਹਾ। ਤੈਨੂੰ ਰੋਟੀ ਖਾਣ ਦੀ ਜਾਚ ਨਹੀਂ ਆਈ। ਜੇ ਤੈਨੂੰ ਪਤਾ ਵੀ ਮੈਂ 4 ਰੋਟੀਆਂ ਖਾਣੀਆਂ ਨੇ, ਤਾਂ 4 ਬਣਾ ਕੇ ਰੱਖ ਲਓ ਤੇ ਆਰਾਮ ਨਾਲ ਬੈਠ ਕੇ ਖਾਓ। ਇਹ ਕਿਹੜਾ ਤਰੀਕਾ ਹੈ? ਇੱਕ ਬਣਾਓ ਖਾ ਲਓ, ਫਿਰ ਇੱਕ ਬਣਾਓ ਖਾ ਲਓ, ਇਹ ਕਿਹੜਾ ਤਰੀਕਾ ਹੋ ਤੇਰਾ? ਸੁਥਰੇ ਸ਼ਾਹ ਜੀ ਨੇ ਬੜੀ ਸੁੰਦਰ ਗੱਲ ਕੀਤੀ ਹੈ। ਕਹਿੰਦੇ ਨੇ ਵੀ ਤੁਸੀਂ ਆਖਦੇ ਹੋ ਵੀ 4 ਰੋਟੀਆਂ ਖਾਣੀਆਂ ਤਾਂ ਬਣਾ ਕੇ ਰੱਖ ਲਓ। ਕਹਿੰਦਾ ਮੈਂ ਜਿਹੜਾ ਇੱਕ ਫੁਲਕਾ ਬਣਾਉਣਾ ਨਾ, ਮੈਨੂੰ ਇਹਦਾ ਵੀ ਵਿਸ਼ਵਾਸ ਨਹੀਂ ਵੀ ਮੈਂ ਖਾ ਸਕਾਂਗਾ ਕਿ ਨਹੀਂ ਖਾ ਸਕਾਂਗਾ। ਫਿਰ ਕਹਿੰਦੇ ਨੇ ਇੱਕ ਫੁਲਕਾ ਵੀ ਨਹੀਂ, ਜਿਹੜੀ ਬੁਰਕੀ ਤੋੜ ਕੇ ਮੈਂ ਹੱਥ ਵਿੱਚ ਪਕੜ ਲਈ ਹੈ ਨਾ, ਮੈਨੂੰ ਇਸ ਦਾ ਵੀ ਵਿਸ਼ਵਾਸ ਨਹੀਂ ਇਹ ਅੰਦਰ ਜਾਏਗੀ ਕਿ ਨਹੀਂ ਜਾਏਗੀ ਮੇਰੇ। ਫਿਰ ਕਹਿੰਦਾ ਹੱਥ ਵਾਲੀ ਵੀ ਨਹੀਂ, ਜਿਹੜੀ ਮੈਂ ਆਪਣੇ ਮੂੰਹ ਵਿੱਚ ਪਾ ਲਈ ਹੈ ਨਾ, ਇਸ ਬੁਰਕੀ ਦਾ ਵੀ ਮੈਨੂੰ ਵਿਸ਼ਵਾਸ ਨਹੀਂ ਕਿ ਇਹ ਮੇਰੇ ਅੰਦਰ ਜਾਏਗੀ ਕਿ ਨਹੀਂ ਜਾਏਗੀ। ਤੁਸੀਂ ਆਖਦੇ ਹੋ 4 ਰੋਟੀਆਂ ਬਣਾ ਕੇ ਰੱਖ ਲਓ ਤੇ ਖਾ ਲਓ, ਮੈਨੂੰ ਤੇ ਇੱਕ ਬੁਰਕੀ ਦਾ ਵੀ ਵਿਸ਼ਵਾਸ ਨਹੀਂ ਹੈ। ਕਹਿੰਦਾ ਹੱਥ ਦੀ ਰਹਿ ਜਾਏ ਹੱਥ ਵਿੱਚ, ਮੂੰਹ ਵਿੱਚ ਰਹੇ ਗ੍ਰਾਹ, ਲੱਖ ਲਾਨਤ ਸੁਥਰਿਆ ਜੋ ਦਮ ਦਾ ਕਰੇ ਵਿਸਾ। ਕਹਿੰਦਾ ਲੱਖ ਲਾਨਤ ਹੈ ਉਸ ਬੰਦੇ ਦੇ ਉੱਤੇ ਜੋ ਆਪਣੇ ਦਮਾਂ ਦਾ ਵਿਸ਼ਵਾਸ ਕਰਦਾ ਹੋਵੇ।
महाराज ने पूछया सी भाई बाले नूं भी तैनूं कितने दमां दा विश्वास है। उन्हें आख्या महाराज मरद्या मरद्या 100 दम तो ले ही लवांगा मैं। भाई मरदाना जी ने पूछया भी तुहानूं कितने दमां दा विश्वास है। मरदाना जी कहते ने महाराज 10-15 तो ले ही लवांगा मैं। दोनों ने मिल के गुरु नानक सच्चे पातशाह नूं सवाल किया भी तुहानूं कितने दमां दा भरोसा है। गुरु नानक सच्चे पातशाह कहते ने हम आदमी हाँ एक दमी। जे दम आ गया तो आदमी हाँ, नहीं तो मिट्टी की ढेरी है। फिर सतगुरुओं ने जदों देख लिया ना कि साडा हुण संसार तो जाण दा समा आ गया, शरीर बिरध होण लग पिया वे, तो गुरु नानक सच्चे पातशाह ने फिर पड़चोल शुरू कर दी है। मैं फिर दोहरा देना भी जे सतगुरु संसार की मर्यादा के मुताबिक चलते तो फिर तो कुछ करन की लोड़ ही नहीं सी भी वड्डे साहिबजादे नूं अपनी दस्तार दे देंदे, अपना तखत दे देंदे। पर गुरु नानक सच्चे पातशाह ने इस मर्यादा नूं बदल के रख दिता है। होरियों गंग बहाइए दुनियाई आखे के कियो। सतगुरों ने पड़चोल शुरू कर दी है भी इस तखत के उत्ते कौन बह सकता है, क्योंकि बिना कसौटी तो सोने की कीमत नहीं पैंदी है। बिना कसौटी के उत्ते परखियां हीरे की कीमत नहीं पैंदी है। चंदन अगर पानी दे विच डुबे ना तो चंदन नहीं है, फिर मामूली लकड़ है। ये उसकी परख है। गुरु नानक सच्चे पातशाह का दरबार ऐसा है जिथे ना कोई रिश्वत चल सकती है, ना किसी की सिफारिश चल सकती है, ना कोई रिश्तेदारी चलनी है, तो ना कोई मित्रता चलनी है। ये तो तखत राजा सो बहे जो तख्ते लायक होए। जो इस तखत के लायक होएगा वो इत्थे पवेगा, और कोई नहीं बह सकता। दुनिया दे किसी भी दफ्तर दे विच या किसी भी महकमे दे विच असी कोई उत्थे नौकरी लैनी होवे जां किसी पोस्ट ते असी पहुँचना होवे, असी रिश्वत दे के भी पहुँच सकने आ उत्थे। रिश्वत नहीं चलती तो किसी की सिफारिश चला दो, जे वो नहीं चलती तो कोई रिश्तेदारी कढ़ लो, कोई मित्रता कढ़ लो, कुछ भी करके बंदा पहुँच जाता है उत्थे। लेकिन गुरु नानक दे घर विच ऐसा नहीं। इत्थे जो इस तखत के लायक है ना उही बह सकता है, और कोई भी नहीं। भाई साहब भाई गुरदास जी ने इहदे उत्ते बड़े सुंदर प्रमाण दिते हैं, पर इतना समा नहीं, फिर इसी समा लग जाना। भाई साहब ने प्रमाण दिते हैं जिवें कोई सियाणा वैद हुंदा ना, वो पहले रोगी का रोग पहचान के तो फिर उसका इलाज करता है। जो उसनूं रोग होवे वो दवाई देंदा, उन्होंने सियाणा वैद कहते। किसी राजे दे कोल जे कोई जावे नौकरी वास्ते तो वो राजा पहले उसकी काबलियत नूं देखदा भी ये किस काम दे लायक है। उंज असी नज़र मारीए दुनिया दे विच वड्डे वड्डे अहुदियां ते जो बैठे ने ना, वो मेहनत करते ने, परीक्षा पास की है, डिग्रियां लईयां ने, फिर उत्ते बैठे ने, अनपढ़ नहीं पहुँचते उत्थों तक। कोई कलैक्टर बन गया तो उन्हें मेहनत की हुई है, कोई अगर जज बन गया तो उन्हें मेहनत की हुई है, पढ़े लिखे ने सारे। लेकिन जदों धर्म का मसला आ जाता है ना तो फिर इत्थे असी कोई काबलियत नहीं देखते हैं। जो साडा अज का जो रूल बन चुका है, असी नहीं देखते कि ये प्रधान बनने के लायक है कि नहीं, ये खजानची बनने के लायक है कि नहीं, ये सकत्तर बनने के लायक है कि नहीं है। असी नहीं देखते हाँ कुछ।
ਇਹਨੂੰ ਰਹਿਤ ਮਰਿਆਦਾ ਬਾਰੇ ਕੁਝ ਪਤਾ ਵੀ ਹੈ ਕਿ ਨਹੀਂ। ਐਸੇ ਵੀ ਦੇਖਣ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਪੰਜ ਬਾਣੀਆਂ ਦੇ ਨਾਮ ਵੀ ਨਹੀਂ ਯਾਦ ਤੇ ਉਹ ਗੁਰਦੁਆਰੇ ਦੇ ਪ੍ਰਬੰਧਕ ਬਣੇ ਹੋਏ ਨੇ। ਐਸੇ ਵੀ ਤੁਸੀਂ ਦੇਖ ਸਕਦੇ ਹੋ। ਸਾਡਾ ਇੱਕ ਪੈਮਾਨਾ ਬਣ ਗਿਆ ਵੀ ਫਲਾਣਾ ਬੰਦਾ ਬੜਾ ਅਮੀਰ ਹੈ, ਚਲੋ ਇਹਨੂੰ ਗੁਰਦੁਆਰੇ ਦਾ ਪ੍ਰਧਾਨ ਬਣਾ ਦਿਓ। ਬਸ ਸਾਡਾ ਇਹ ਪੈਮਾਨਾ ਬਣ ਗਿਆ। ਲੇਕਿਨ ਗੁਰੂ ਨਾਨਕ ਦਾ ਐਸਾ ਕੋਈ ਪੈਮਾਨਾ ਨਹੀਂ ਹੈ। ਇੱਥੇ ਤਖਤ ਬਹੇ ਤਖਤੇ ਕੀ ਲਾਇਕ, ਜੋ ਇਸ ਤਖਤ ਦੇ ਲਾਇਕ ਹੈ ਉਸਨੇ ਇਸ ਤਖਤ ਦੇ ਉੱਤੇ ਬਹਿਣਾ ਹੈ। ਇੱਕ ਪਾਸੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਔਰ ਬਾਬਾ ਬੁੱਢਾ ਜੀ ਸਤਿਗੁਰਾਂ ਦੀ ਸੇਵਾ ਕਰਦੇ ਪਏ ਨੇ। ਦੂਸਰੇ ਪਾਸੇ ਭਾਈ ਲਹਿਣਾ ਜੀ ਜਿਹੜੇ ਮੱਤੇ ਦੀ ਸਰਾਂ ਤੋਂ ਚੱਲ ਕੇ ਤੇ ਖੰਡੂਰ ਸਾਹਿਬ ਆ ਕੇ ਰਹਿਣ ਲੱਗ ਪਏ ਨੇ। ਖੰਡੂਰ ਸਾਹਿਬ ਦੇ ਲੋਕ ਦੇਵੀ ਦੇ ਪੁਜਾਰੀ ਨੇ। ਭਾਈ ਲਹਿਣਾ ਜੀ ਵੀ ਦੇਵੀ ਦੀਆਂ ਭੇਟਾਵਾਂ ਗਾਉਂਦੇ ਨੇ। ਲਾਲ ਰੰਗ ਦਾ ਚੋਲਾ ਪਹਿਨਦੇ ਨੇ, ਪੈਰਾਂ ਦੇ ਵਿੱਚ ਘੁੰਗਰੂ ਬੰਨ੍ਹਦੇ ਨੇ ਔਰ ਸਾਰੀ ਰਾਤ ਭੇਟਾਵਾਂ ਗਾ ਕੇ ਤੇ ਨੱਚਦੇ ਭਾਈ ਲਹਿਣਾ ਜੀ। ਹਰ ਸਾਲ ਜਾਂਦੇ ਸਨ ਜਵਾਲਾ ਦੇਵੀ ਦੇ ਦਰਸ਼ਨ ਕਰਨ ਵਾਸਤੇ, ਤਕਰੀਬਨ ਹਰ ਸਾਲ। ਪਰ ਜੋ ਸਕੂਨ ਦੀ ਤਲਾਸ਼ ਸੀ ਨਾ, ਉਹਨੂੰ ਜੋ ਆਤਮਿਕ ਸ਼ਾਂਤੀ ਚਾਹੀਦੀ ਸੀ, ਜੋ ਆਨੰਦ ਚਾਹੀਦਾ ਸੀ, ਉਹਦੀ ਪ੍ਰਾਪਤੀ ਨਹੀਂ ਹੁੰਦੀ ਪਈ ਹੈ। ਅੰਦਰੋਂ ਇੱਕ ਖਾਲੀਪਨ ਹੈ, ਇੱਕ ਤੜਫ ਹੈ। ਕੁਝ ਸੋਚਦੇ ਨੇ, ਵਿਚਾਰ ਕਰਦੇ ਨੇ, ਮੈਂ ਇਤਨਾ ਕੁਝ ਕਰਨਾ ਵਾ। ਦੇਵੀ ਦੇ ਦਰਸ਼ਨ ਕਰਨ ਜਾਂਦੇ ਹਾਂ, ਨੱਚਦੇ ਹਾਂ, ਟੱਪਦੇ ਹਾਂ, ਭੇਟਾਵਾਂ ਗਾਇਨ ਕਰਦੇ ਹਾਂ, ਪਰ ਕੋਈ ਸਕੂਨ ਨਹੀਂ ਮਿਲਦਾ ਪਿਆ ਅੰਦਰ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਦੇਵੀ ਦੇਵਾ ਪੂਜੇ ਡੋਲੇ, ਪਾਰ ਬ੍ਰਹਮ ਨਹੀਂ ਜਾਣਿਆ। ਕਹੋ ਕਬੀਰ ਅਕਲ ਨਹੀਂ ਚੇਤਿਆ, ਵਿਖਿਆ ਸਿਉ ਲਪਟਾਨੇ। ਛੋਟੇ ਮੋਟੇ ਦੇਵੀ ਦੇਵਤਾਵਾਂ ਦੀ ਪੂਜਾ ਕਰਨ ਦੇ ਨਾਲ ਜਾਂ ਉਹਨਾਂ ਨੂੰ ਮੰਨਣ ਦੇ ਨਾਲ ਜੋ ਸਾਨੂੰ ਜੀਵਨ ਦਾ ਲਕਸ਼ ਚਾਹੀਦਾ ਨਾ, ਉਹ ਪ੍ਰਾਪਤ ਨਹੀਂ ਹੋ ਸਕਦਾ ਹੈ। ਭਾਈ ਭਾਗੀਰਥ ਜੀ ਕਾਲੀ ਦੇ ਪੁਜਾਰੀ ਸਨ। ਕਾਲੀ ਦੀ ਬੜੀ ਆਰਾਧਨਾ ਕਰਦੇ ਸਨ। ਸਾਰਾ ਰਾਤ ਕਾਲੀ ਦੇ ਮੰਦਰ ਵਿੱਚ ਬੈਠ ਕੇ ਸਮਾਧੀ ਲਾ ਕੇ ਉਹਦਾ ਸਿਮਰਨ ਕਰਦੇ ਸਨ। ਪਰ ਮੰਗ ਕਰਦੇ ਸਨ ਵੀ ਮੈਨੂੰ ਜੀਵਨ ਮੁਕਤ ਚਾਹੀਦੀ ਹੈ, ਜੀਵਨ ਮੁਕਤੀ ਚਾਹੀਦੀ ਹੈ। ਇੱਕ ਦਿਨ ਕਹਿੰਦੇ ਨੇ ਰਾਤ ਨੂੰ ਜਦੋਂ ਸਮਾਧੀ ਲੱਗੀ ਨਾ, ਤਾਂ ਕਾਲੀ ਦੇਵੀ ਨੇ ਦਰਸ਼ਨ ਦਿੱਤੇ। ਉਹਨੇ ਆਖਿਆ ਜੋ ਤੂੰ ਮੰਗਦਾ ਪਿਆ ਨਾ ਉਹ ਮੇਰੇ ਕੋਲ ਨਹੀਂ ਹੈ। ਜੋ ਤੈਨੂੰ ਚਾਹੀਦਾ ਤੂੰ ਮੁਕਤੀ ਮੰਗਦਾ ਪਿਆ, ਉਹ ਮੈਂ ਨਹੀਂ ਦੇ ਸਕਦੀ। ਦੁਨੀਆ ਦਾ ਕੋਈ ਪਦਾਰਥ ਮੰਗ ਲੈ ਤੂੰ, ਤੈਨੂੰ ਮਿਲ ਸਕਦਾ ਹੈ, ਲੇਕਿਨ ਜੇ ਮੁਕਤ ਚਾਹੀਦੀ ਹੈ ਤਾਂ ਮੇਰੇ ਕੋਲ ਨਹੀਂ ਹੈ। ਭਾਈ ਭਾਗੀਰਥ ਜੀ ਜੇ ਕਹਿੰਦੇ ਨੇ ਫਿਰ ਮੈਂ ਕਿੱਥੇ ਜਾਵਾਂ, ਮੈਂ ਤਾਂ ਤੇਰੀ ਆਰਾਧਨਾ ਕਰਨਾ। ਜਨਮ ਸਾਖੀ ਕਹਿੰਦੀ ਹੈ ਕਿ ਉਸ ਦੇਵੀ ਨੇ ਆਖਿਆ ਜੇ ਮੁਕਤ ਚਾਹੀਦੀ ਹੈ ਤਾਂ ਸੁਲਤਾਨਪੁਰ ਦੇ ਵਿੱਚ ਨਾਨਕ ਨਿਰੰਕਾਰੀ ਬੈਠੇ ਨੇ, ਉਹਨਾਂ ਦੇ ਕੋਲ ਚਲਾ ਜਾ, ਉਹ ਤੈਨੂੰ ਦੇ ਸਕਦੇ ਹਨ, ਮੈਂ ਨਹੀਂ ਦੇ ਸਕਦੀ ਹਾਂ। ਭਾਈ ਭਾਗੀਰਥ ਜੀ ਜਦੋਂ ਗੁਰੂ ਨਾਨਕ ਸਾਹਿਬ ਦੀ ਸ਼ਰਨ ਦੇ ਵਿੱਚ ਆਏ ਨੇ, ਇੱਕ ਦਿਨ ਅੱਧੀ ਰਾਤ ਦਾ ਸਮਾਂ ਸੀ ਤੇ ਸਤਿਗੁਰਾਂ ਦੇ ਜਿੱਥੇ ਮਹਾਰਾਜ ਰਹਿੰਦੇ ਸਨ, ਇੱਕ ਬਜ਼ੁਰਗ ਔਰਤ ਨੂੰ ਝਾੜੂ ਮਾਰਦਿਆਂ ਹੋਇਆਂ ਵੇਖਿਆ ਉਹਨਾਂ ਨੇ ਤੇ ਪੁੱਛ ਲਿਆ ਵੀ ਤੂੰ ਕੌਣ ਹੈ, ਅੱਧੀ ਰਾਤ ਨੂੰ ਇੱਥੇ ਕੀ ਕਰਦੀ ਪਈ ਹੈ? ਉਹਨੇ ਆਖਿਆ ਮੈਂ ਉਹੀ ਹਾਂ ਜਿਹਦੀ ਤੂੰ ਆਰਾਧਨਾ ਕਰਦੀ ਸੀ। ਮੇਰੇ ਕੋਲ ਜਿਹੜੀਆਂ ਸ਼ਕਤੀਆਂ ਨੇ ਜਾਂ ਮੇਰੇ ਕੋਲ ਜਿਹੜੀ ਤਾਕਤ ਹੈ ਨਾ, ਉਹ ਮੈਂ ਗੁਰੂ ਨਾਨਕ ਦੇ ਚਰਨਾਂ ਦੇ ਵਿੱਚੋਂ ਲੈਣੀ ਆ। ਇਸ ਵਾਸਤੇ ਤੈਨੂੰ ਸਿੱਧਾ ਹੀ ਡਾਇਰੈਕਟ ਮੈਂ ਜੋੜ ਦਿੱਤਾ ਵੇ, ਜੋ ਤੈਨੂੰ ਚਾਹੀਦਾ ਇੱਥੋਂ ਮਿਲੇਗਾ। ਭਾਈ ਭਾਗੀਰਥ ਜੀ ਫਿਰ ਛੋੜ ਕੇ ਗੁਰੂ ਨਾਨਕ ਦਾ ਦਰ ਫਿਰ ਨਹੀਂ ਗਏ ਹੁਣ ਕਿਧਰੇ ਵੀ, ਫਿਰ ਨਹੀਂ ਗਏ ਹਨ। ਭਾਈ ਲਹਿਣਾ ਜੀ ਨੇ ਇੱਕ ਦਿਨ ਘਰ ਦੇ ਵਿੱਚ ਸਮਾਗਮ ਰੱਖਿਆ, ਸਾਰੀ ਰਾਤ ਆਪਣੇ ਸੰਗੀ ਸਾਥੀਆਂ ਦੇ ਨਾਲ ਭੇਟਾਵਾਂ ਗਾਈਆਂ, ਬਹੁਤ ਨੱਚੇ ਨੇ। ਪਰ ਜਦੋਂ ਅੰਮ੍ਰਿਤ ਵੇਲੇ ਸਮਾਪਤੀ ਹੋਈ ਨਾ,
तो चैन नहीं मिलिया। गुरबाणी कहती है बिन हर नाम ना शांत होए कित बिद मन धीरे। बिना परमेश्वर के नाम तो आत्मक शांति नहीं मिल सकती है। घरों बाहर निकल गए ने भी कोई चैन नहीं पैंदा पिया। जदों बाहर निकले तो भाई जोध जो गुरु नानक सच्चे पातशाह दे सिख सन जपजी साहब का पाठ करते पे। जदों बाणी सुनी भाई लहणा जी ने तो जिस तरह किसी नूं तीर लग जाता ना तो उत्थे ही खड़ा हो जाता है या उत्थे ही डिग पैंदा वे। सतगुरुआं दी पावन बाणी सुनदियां ही भाई लहणा जी उत्थे ही खड़े हो गए और भाई साहब बड़ी लय दे विच पाठ कर रहे सन। जदों पाठ की समाप्ति होंदी है तो भाई लहणा जी पुछते ने भी ये बाणी किस दी है जो तुसी गायन कर रहे हो, अगे कदी असी सुनी नहीं है, एक दी बाणी है। भाई जोध ने दस्या भी ये गुरु नानक दी बाणी है। मन भी सोचते ने जिस दी बाणी इतनी मिठी है जो कन्ना दे विच रस घोल दिती है वो आप कितना मिठा होवेगा, उहदे दर्शन कितने दुर्लभ होणगे। क्या उसके दर्शन हो सकते ने? भाई जोध ने आख्या क्यों नहीं हो सकते। गुरु नानक दा दर 24 घंटे हर पल हर घड़ी चारों दिशावां तो खुला वे, कोई भी जा सकता है उत्थे, किसी नूं रोक टोक किसी नूं मनाई नहीं है। और एक गुरु नानक दा ही घर है जिथे खत्री ब्राह्मण सूद वैश उपदेश चौं वर्णा को सांझा। इत्थे कोई भी आवे सतगुर की बाणी आवाज़ मारती पई है बई आओ सिख सतगुर के प्यारिओ गाओ सच्ची बाणी। इत्थे ते आवाज़ मारी जाती है। मन विच ऐसा विचार बना लिया भी हुण जदों भी दर्शन करन जावांगे ज्वाला देवी दे तो फिर गुरु नानक नूं भी मिल के आवांगे। थोड़ा जिहा अपना रस्ता भी बदल लिया, रावी पार करके उस पासे बहुत सारे लोगों का नाल जत्था लैके ते चल पे हैं ज्वाला देवी के दर्शनों वास्ते। जदों करतारपुर साहब दे बाहर पहुंचे न तो जिहड़े नाल साथी सन इन्हां दे उन्हां नूं आख्या भी तुसीं इत्थे ही बवो आराम करो ते मैं किसी नूं मिलना है, मैं मिल के आ जाना उन्हां फिर आपां अगे जो बाकी सफ़र है असीं फिर करांगे। भाई लहणा जी घोड़ी दे उत्ते चढ़े ने ते गुरु नानक पातशाह नूं मिलण वास्ते चल पे हैं। दूसरे पासे गुरु नानक सच्चे पातशाह करतारपुर दे विच धर्मशाला विच बैठे ने अपने सिंघासन ते ते रागी सिंह कीर्तन करते पे ने, संगत बैठी हुई है। एकदम गुरु नानक सच्चे पातशाह जी उठ के ते चल पे ने। सारे देख के हैरान होए भी अगे तो कदी छोड़ के जाते नहीं ने, अज तो विच ही कीर्तन छड़ के तुर पे ने, पता नहीं कित्थे चले हैं। गुरु नानक सच्चे पातशाह जी धर्मशाला तो बाहर निकल गए हैं। भाई गुरदास जी ने अपनियां वारां दे विच कृष्ण ते सुदामे दा जिक्र किया है। जदों सुदामा मिलन वास्ते गया ना श्री कृष्ण नूं, उस वक्त का जिक्र करदियां भाई साहब ने आख्या भी दूरों देख डंडौत कर छड़ सिंघासन हर जी आए। लेकिन कृष्ण ने जांदियां ही कोई सुदामा नूं दर्शन नहीं दे दिते हैं। मथुरा तो पैदल चल के गया और गया कित्थे है? द्वारका, जो समुंदर दे विच है, जिन्हों बेट द्वारका कहा जाता है। एक द्वारका बाहर है, एक द्वारका समुंदर दे विच है। जिहड़ी समुंदर विच द्वारका है ना उसनूं बेट द्वारका कहा जाता है। पंजां प्यारियां दे विचों जो भाई मोहकम सिंह जी होए ने वो बेट द्वारका दे सन। उन्हां दा घर बनिया होया उत्थे।
बड़ा सुंदर गुरुद्वारा बनाया कोटे वाले महापुरुषों ने। 50 ਦੇ करीब कमरे भी हैं। ओखा रेलवे स्टेशन तो फिर समुद्री जहाज विच बैठ के तो फिर अंदर जाना पैंदा है। 10 किलोमीटर समुंदर का सफ़र है। चारों पासे पानी तो कोई 45 किलोमीटर का एक टापू है जिथे कृष्ण का मंदिर बनया होया। प्यारे मोहकम सिंह जी का गुरुद्वारा साहब बनया, कदी जाओ जरूर दर्शन करना, बड़ा सुंदर स्थान है। सुदामा जदों उत्थे पहुंचा ना तो उन्हें जाके द्वारपाल नूं आख्या भी मैं कृष्ण का मित्र हाँ। तो द्वारपाल हस पिया, कहंदा तेरे वर्गे सारा दिन विच पता नहीं कितने आके कहंदे ने कि असी कृष्ण दे मित्र हाँ, असी कृष्ण दे रिश्तेदार हाँ। तू अपनी हालत ते देख पहले। कवि नरोत्तम जी ने इसका जिक्र किया है। सुदामा दी जो हालत थी, सीस पगा न झगा तन पे, प्रभ जाने के आए बसे कह ग्रामा। जदों सुदामा ने बड़े तरले कीते ना भी एक बारी जाके कह ते सही भी कृष्ण तेरा मित्र आया हुआ, जे नहीं मनेगा तो फिर मैं वापस चला जावांगा। ते जिहड़ा द्वारपाल है वह कृष्ण नूं सुदामे दी हालत दसदा पिया, बाहर कौन आया हुआ। कहंदा सीस पगा न झगा तन पे, प्रभ जाने के आए बसे करह ग्रामा। सिर ते पग कोई नहीं है, तन दे उत्ते झग्गा भी कोई नहीं है, पता ही किहड़े पिंडों आया वे बाहर खलोता होया। और धोती फटी सी लटी दुपट्टी, पैर पाहन की नहीं शामा। कहंदा एक धोती बन्नी हुई है, वह भी पाटी पुरानी है बड़ी। एक मोढे दे उत्ते परना रखिया होया वे, वो परना भी बड़ा मैला कुचैला, ते उस परने दे विच कुछ एक गंढ बन्नी हुई है। उसने चौल लैके गया सी कृष्ण नूं भेंट करन वास्ते। कहंदा पैरां दे विच जुत्ती भी नहीं है उसने। द्वार खड़ो दिज दुर्लभ पेख, रहियो चक्षु बसुदा अभिरामा। कहंदा बड़े ही दुबला पतला, बड़ी माड़ी हालत वाला एक बंदा बाहर खलोता होया ते बड़ी तरसी हुई निगाह दे नाल तुहाडे द्वार नूं देखदा पिया वे। कहंदा पूछत दीन दयाल को ताम, बतावत अपनो नाम सुदामा। कहंदा भी तेरे घर दा पता पुछदा पिया ते नाम अपना उसने सुदामा दस्या। इतने तरले करन तो बाद जदों कृष्ण नूं पता लगा कि सुदामा आया, फिर कृष्ण अपने सिंघासन तो उठ के ते फिर सुदामा नूं आके मिलदा है। तां भाई गुरदास जी ने लिखिया भी दूरों देख, डंडोत कर, छड्ड सिंघासन, हर जी आए। उन्हें इतने तरले कीते ने, लेकिन गुरु नानक सच्चे पातशाह जी इधरों भाई लैणा जी चले ने ते उधरों गुरु नानक सच्चे पातशाह जी चल पे हैं। क्यों चल पे ने? क्योंकि इस तखत का वारिस आंदा पिया। इत्थों सानू प्रेरणा मिलती है, जदों असी एक कदम गुरु वाले पासे रखने आ ना, ते गुरु करोड़ां कदम अगों लैण वास्ते सानू आ जांदा है। चरण शरण गुर एक पैंडा जाए चल, सतगुरु कोट पैंडा आगे होए लेत है। असी एक कदम चलांगे, गुरु करोड़ां कदम चल के अगों लैण आवेगा। पर शर्त यह है कि असी एक कदम चलीए सही। बस असी तो चलते ही नहीं हाँ। जे करोड़ां कदम गुरु चल के ना आवे तो साडी मजाल नहीं कि असी गुरु तक पहुँच सकीए। ये गुरु दा साडे उत्ते समझ लो बड़ा वड्डा परोपकार है, असी नहीं मिल सकते। गुरु नानक सच्चे पातशाह अगों मिल पे ने ते भाई लैणा जी घोड़ी ते चढ़े हो। पता नहीं है भी यही गुरु नानक ने। पुछदे पे ने भी इत्थे गुरु नानक दा घर है, कित्थे है?
इसनों एक विद्वान कहता है, मंजिल से मंजिल का पता पूछते हैं। गुरु नानक कलों ही गुरु नानक दा पता पुछदे पए ने। कदी आपां भी गुरु कलों गुरु दा पता पुछ के देखिए भी तुसी कित्थे रहिंदे हो, किवें मिलोगे, किहड़ी हालत विच मिलोगे। पर असी पुछिया भी तो नहीं ना, असी तो मत्था टेक के इंज दौड़ने आ जिवें साडे पिछे कोई पिया होया होवे। असी तो इत्थे बहण नूं भी राजी नहीं हुंदे। गुरु नानक सच्चे पातशाह कहंदे ने भी मैं भी उसे ही पासे चलिया वां ते तुसी यह लगाम मैनू पकड़ा दिओ ते मैं तुहानूं लैके चलना गुरु नानक कोल। गुरु नानक सच्चे पातशाह पैदल चलते पे ने, घोड़ी की हथ विच लगाम पकड़ी हुई है ते भाई लहणा जी घोड़ी के उपर बैठे हुए हैं। जिसने अपनी घोड़ी की लगाम गुरु नानक दे हथ विच दे दी है ना, वो फिर किधरे भटक नहीं सकता, वो अपनी मंजिल ते एक दिन पहुँच ही जाएगा। जिन्हें अपनी लगाम गुरु नानक दे हथ विच दे दी है। अर्जुन जानता सी कि दुर्योधन कोलों मेरे नालों कई गुणा ज़्यादा सेना है उहदे कोल, लेकिन उसने अपने रथ की लगाम कृष्ण के हाथ विच दे दी, क्योंकि वह जानता सी भी कृष्ण कदी हार नहीं होण देवेगा। ते जे हार हो भी गई तो फिर कृष्ण की हार होवेगी, मेरी नहीं होवेगी। फिर उन्हें अपने घोड़े दियां लगामां कृष्ण के हाथ विच दे दित्तियां। महाराज की बाणी कहती है कि मन बेचे सतगुर के पास, तिस के सेवक के कारज रास। अपना मन गुरु के हवाले कर दिओ। गुरु ने जे बांह पकड़ लई ना तो एक दिन मंजिल तक असी पहुँच जावांगे। असी मत्था टेकण का मतलब पता की है? अपनी मत गुरु के चरणों च रख दिओ, गुरु की मत लैके चले जाओ। पर असी सब कुछ गुरु के चरणों में रख देने, अपना मन नहीं रखते, अपनी मत नहीं रखते। यही कारण है असी मंजिल तक नहीं पहुँच पाते। गुरु नानक सच्चे पातशाह चलते हुए पहुँच गए ने धर्मशाला तक। तो महाराज ने आख्या भी है घोड़ी नूं सामने दरखत नाल बन के हथ मूँह धो के अंदर आ जाओ। सामने गुरु नानक बैठे ने, दर्शन होणगे तुहानूं। ये नहीं आख्या भी मैं गुरु नानक हाँ। कोई मेरे कोलों अगर मेरा पता पूछे ना भी निमाणा कित्थे है, तो मैं 10 सिफतां करके उन्होंने दसांगा भी मैं ही हाँ। पर गुरु नानक पातशाह ने ऐसा नहीं किया। सतगुर पिछले दरवाजे तो जाके अपने सिंघासन ते बैठ गए ने। भाई लहणा जी जदों हथ मूँह धो के अंदर जाते ने, मत्था टेक के जदों सीस चुकिया, वेख्या ते सामने तखत ते गुरु नानक सच्चे पातशाह बैठे हुए ने। रोण लग पे ने, अखां दे विच हंझू। ते महाराज ने पूछया भी की होया, आउंदे रोण लग पिया मैं। कहंदा महाराज मैं इत्थे आया सां भी अपने गुनाह बख्शा लवां, मैं अपने पाप धो लवां। मैं इत्थे तां आउंदे ही वड्डा गुनाह हो गया मेरे कोलों। तुसी पैदल चल के आए हो तो मैं घोड़ी ते बह के। महाराज ये तां आउंदे ही शुरुआत ही गलत हो गई है मेरी। तां सतगुरां ने पूछया भी तेरा नाम की है? भाई लहणा जी ने नाम दस्या भी मेरा नाम है लहणा। तो गुरु नानक सच्चे पातशाह कहंदे ने तू लैना है ते मैं देना। जिन्हां ने लैना हुंदा वो घोड़ी ते चढ़ के आंदे ने, जिन्हां ने देना हुंदा वो अगों जाके मिलिया करते हैं, वो पैदल ही चलते हैं। एक कोई गुनाह नहीं है, निरंकार ने साडा मेल कराया है। भाई लहणा जी कुछ दिन रहे ने और सब तो पहले जाके अपने साथियों नूं आख्या भी मैनू मंजिल मिल गई है, मैं हुण किधरे होर जाना नहीं। तुसी चाहो तो धर्मशाला चल सकते हो, तुसी चाहो तो देवी दे दर्शन कर सकते हो, ये तुहाडी मर्जी है। कुछ दिन रहन तो बाद भाई लहणा जी घर गए ने। इन्हां दा बड़ा वड्डा कारोबार सी।
ਆਪਣਾ ਕਾਰੋਬਾਰ ਬੱਚਿਆਂ ਨੂੰ ਸੰਭਲਾ ਕੇ ਸਤਿਗੁਰਾਂ ਦੇ ਦੋ ਸਾਹਿਬਜ਼ਾਦੇ ਸਨ ਭਾਈ ਲਹਿਣਾ ਜੀ ਦੇ, ਉਹਨਾਂ ਨੂੰ ਸੰਭਲਾ ਕੇ ਤੇ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵੱਲ ਚੱਲ ਪਏ ਹਨ। ਤੇ ਨਾਲ ਪਤਾ ਕੀ ਲਿਆ ਵੇ, ਦੋ ਚੀਜ਼ਾਂ ਲੈ ਲਈਆਂ ਨੇ ਨਾਲ। ਇੱਕ ਮਹਾਰਾਜ ਨੇ ਲੂਣ ਦੀ ਪੰਡ ਬੰਨ ਲਈ ਹੈ, ਕਿਉਂਕਿ ਲੂਣ ਦਾ ਕਾਰੋਬਾਰ ਭਾਈ ਲਹਿਣਾ ਜੀ ਦਾ ਬਹੁਤ ਵੱਡਾ ਸੀ ਇਸ ਵਕਤ। ਇੱਕ ਨਾਲ ਚਟਾਈ ਲੈ ਲਈ ਹੈ, ਪੰਡ ਰੱਖ ਲਈ ਸਿਰ ਤੇ ਚਟਾਈ ਮਾਰ ਲਈ ਆਪਣੇ ਕੱਛਾਂ ਦੇ ਵਿੱਚ। ਤੇ ਜਦੋਂ ਚੱਲ ਪਏ ਨਾ, ਤਾਂ ਕਿਉਂਕਿ ਬੜੇ ਅਮੀਰ ਸਨ, ਰਸੂਖ ਸੀ ਇਹਨਾਂ ਦਾ, ਤਾਂ ਸੇਵਾਦਾਰਾਂ ਨੇ ਆਖਿਆ ਮਹਾਰਾਜ ਤੁਸੀਂ ਸਾਨੂੰ ਹੁਕਮ ਕਰੋ, ਅਸੀਂ ਉੱਥੇ ਛੋੜ ਕੇ ਆ ਜਾਂਦੇ ਹਾਂ, ਤੁਸੀਂ ਆਪ ਕਿਉਂ ਚੁੱਕ ਲਿਆ? ਭਾਈ ਲਹਿਣਾ ਜੀ ਕਹਿੰਦੇ ਨੇ ਮੈਂ ਸੇਵਕ ਬਣ ਕੇ ਚੱਲਿਆ ਹਾਂ, ਮੈਂ ਕੋਈ ਉੱਥੇ ਕਿਸੇ ਪਦਵੀ ਦਾ ਅਹੁਦੇਦਾਰ ਬਣ ਕੇ ਨਹੀਂ ਚੱਲਿਆ ਜਾਂ ਕੋਈ ਸੇਠ ਬਣ ਕੇ ਨਹੀਂ ਚੱਲਿਆ, ਮੈਂ ਉੱਥੇ ਸੇਵਕ ਬਣ ਕੇ ਚੱਲਿਆ ਹਾਂ। ਨਮਕ ਕਿਉਂ ਲੈ ਲਿਆ ਮਹਾਰਾਜ ਨੇ, ਲੂਣ ਕਿਉਂ ਲਿਆ? ਇਹਦੇ ਵਿੱਚ ਵੀ ਬੜਾ ਰਹੱਸ ਹੈ। ਸਤਿਗੁਰਾਂ ਨੇ ਲੂਣ ਦੀ ਡੱਲੀ ਲੈ ਲਈ ਹੈ ਵੀ ਜਿਸ ਤਰ੍ਹਾਂ ਲੂਣ ਪਾਣੀ ਦੇ ਵਿੱਚ ਜਾ ਕੇ ਘੁਲ ਜਾਂਦਾ ਨਾ, ਉਹਦਾ ਕੋਈ ਵਜੂਦ ਨਹੀਂ ਰਹਿ ਜਾਂਦਾ। ਮਹਾਰਾਜ ਨੇ ਫੈਸਲਾ ਕਰ ਲਿਆ ਕਿ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਕੇ ਜਿਵੇਂ ਨਮਕ ਪਾਣੀ ਦੇ ਵਿੱਚ ਘੁਲ ਜਾਂਦਾ ਨਾ, ਮੈਂ ਗੁਰੂ ਨਾਨਕ ਦੇ ਚਰਨਾਂ ਵਿੱਚ ਘੁਲ ਜਾਣਾ ਹੈ, ਆਪਣਾ ਕੋਈ ਵਜੂਦ ਰਹਿ ਹੀ ਨਾ ਜਾਵੇ। ਚਟਾਈ ਇਸ ਵਾਸਤੇ ਲੈ ਲਈਏ ਵੀ ਮੈਂ ਉੱਥੇ ਕੋਈ ਆਰਾਮ ਕਰਨ ਨਹੀਂ ਚੱਲਿਆ ਹਾਂ, ਇੱਕ ਸੇਵਕ ਬਣ ਕੇ ਚੱਲਿਆ ਹਾਂ। ਜਿਤਨੀ ਸਰੀਰ ਨੂੰ ਜ਼ਰੂਰਤ ਹੋਵੇਗੀ ਉਤਨਾ ਮੈਂ ਆਰਾਮ ਕਰਾਂਗਾ, ਬਾਕੀ ਸਮਾਂ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ। ਤੇ ਜਦੋਂ ਆ ਕੇ ਧਰਮਸ਼ਾਲਾ ਵਿੱਚ ਪਤਾ ਕੀਤਾ ਨਾ, ਤਾਂ ਮਾਤਾ ਸੁਲੱਖਣੀ ਜੀ ਨੇ ਦੱਸਿਆ ਵੀ ਉਹ ਤੇ ਖੇਤਾਂ ਦੇ ਵਿੱਚ ਕੰਮ ਕਰਦੇ ਪਏ ਨੇ। ਸਤਿਗੁਰ ਝੋਨੇ ਦੀ ਪਨੀਰੀ ਲਾ ਰਹੇ ਸਨ ਔਰ ਵਿੱਚੋਂ ਜੋ ਫਾਲਤੂ ਘਾਹ ਹੁੰਦਾ ਨਾ ਉਹਨੂੰ ਬਾਹਰ ਕੱਢਦੇ ਪਏ ਸਨ। ਅਗਰ ਖੇਤੀ ਦੇ ਵਿੱਚੋਂ ਫਾਲਤੂ ਘਾਹ ਨੂੰ ਨਾ ਕੱਢਿਆ ਜਾਏ ਤੇ ਜਿਹੜਾ ਬੀਜ ਅਸੀਂ ਬੋਇਆ ਨਾ ਉਹਦਾ ਪੂਰਾ ਫਲ ਨਹੀਂ ਮਿਲ ਸਕਦਾ ਸਾਨੂੰ, ਉਹ ਕਮਜ਼ੋਰ ਪੈ ਜਾਏਗੀ। ਸਾਡੇ ਇਸ ਮਨ ਦੇ ਵਿੱਚ ਜੋ ਨਾਮ ਦਾ ਅਸੀਂ ਬੀਜ ਬੋਇਆ ਹੈ, ਜੇ ਅਸੀਂ ਅੰਦਰੋਂ ਫਾਲਤੂ ਘਾਹ ਕੱਢ ਕੇ ਬਾਹਰ ਨਾ ਸੁੱਟਿਆ, ਅਗਰ ਵਿਕਾਰਾਂ ਨੂੰ ਅਸੀਂ ਬਾਹਰ ਨਾ ਸੁੱਟਿਆ, ਪਾਪਾਂ ਨੂੰ ਅਸੀਂ ਬਾਹਰ ਨਾ ਕੱਢਿਆ, ਜੋ ਗਲਤ ਵਾਦੀਆਂ ਸਾਨੂੰ ਪੈ ਗਈਆਂ ਨੇ ਉਹਨਾਂ ਤੋਂ ਅਸੀਂ ਬਾਹਰ ਨਾ ਨਿਕਲੇ, ਤਾਂ ਨਾਮ ਦੀ ਜੋ ਖੇਤੀ ਬੀਜੀ ਹੈ ਉਹ ਸਾਰੀ ਬੇਕਾਰ ਹੋ ਜਾਏਗੀ ਸਾਡੀ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਲਹਿਣਾ ਫਿਰ ਆ ਗਿਆ, ਤੇ ਮਹਾਰਾਜ ਨੇ ਇਸ਼ਾਰਾ ਕੀਤਾ ਵੀ ਚੱਲ ਤੂੰ ਹੀ ਸ਼ੁਰੂ ਹੋ ਜਾ। ਭਾਈ ਲਹਿਣਾ ਜੀ ਨੇ ਕਦੀ ਖੇਤੀ ਕੀਤੀ ਨਹੀਂ ਸੀ। ਉਹਨਾਂ ਨੇ ਵੇਖਿਆ ਵੀ ਮਹਾਰਾਜ ਕੁਝ ਖੇਤ ਵਿੱਚੋਂ ਪੁੱਟਦੇ ਪਏ ਨੇ, ਸਤਿਗੁਰ ਤਾਂ ਜਿਹੜਾ ਫਾਲਤੂ ਘਾਹ ਹੈ ਉਹ ਕੱਢਦੇ ਪਏ ਨੇ। ਤੇ ਭਾਈ ਲਹਿਣਾ ਜੀ ਨੇ ਸਾਰੇ ਜੋ ਵੀ ਹੱਥ ਵਿੱਚ ਆਇਆ ਸਭ ਪੁੱਟਣਾ ਸ਼ੁਰੂ ਕਰ ਦਿੱਤਾ। ਉਹ ਜਿਹੜੀ ਚੌਲਾਂ ਦੀ ਖੇਤੀ ਸੀ ਮਹਾਰਾਜ ਉਹ ਵੀ ਪੱਟਣ ਲੱਗ ਪਏ ਨੇ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਹੱਸਦਿਆਂ ਹੋਇਆਂ ਆਖਿਆ ਵੀ ਲਹਿਣਿਆ, ਤੂੰ ਇੱਥੇ ਬੂਟੇ ਲਾਉਣ ਵਾਸਤੇ ਆਇਆ, ਬੂਟੇ ਪੱਟਣ ਵਾਸਤੇ ਨਹੀਂ ਆਇਆ ਹੈ। ਤੂੰ ਇੱਥੇ ਲੋਕਾਂ ਨੂੰ ਜੋੜਨ ਵਾਸਤੇ ਆਇਆ ਹੈ, ਤੋੜਨ ਵਾਸਤੇ ਨਹੀਂ ਆਇਆ ਹੈ। ਮਹਾਰਾਜ ਨੇ ਆਖਿਆ ਚੱਲ ਇਹ ਪੰਡ ਚੁੱਕ ਲੈ ਤੇ ਸਿਰ ਤੇ ਰੱਖ, ਘਰ ਲੈ ਜਾ ਤੇ ਆਪਣੇ ਪਸ਼ੂਆਂ ਨੂੰ ਪਾ ਦੇ। ਚਿੱਕੜ ਦੀ ਚੌਂਦੀ ਹੋਈ ਪੰਡ, ਕਿਉਂਕਿ ਚੌਲਾਂ ਦੇ ਵਿੱਚ ਪਾਣੀ ਹੁੰਦਾ, ਚਿੱਕੜ ਬੜਾ ਹੁੰਦਾ, ਸਿਰ ਦੇ ਉੱਤੇ ਰੱਖ ਦਿੱਤੀ। ਤੇ ਭਾਈ ਲਹਿਣਾ ਜੀ ਨੇ ਕੋਈ ਇਤਰਾਜ਼ ਨਹੀਂ ਕੀਤਾ ਹੈ। ਬੜੇ ਮਹਿੰਗੇ ਇਤਿਹਾਸ ਕਹਿੰਦਾ ਬਸਤਰ ਪਾਏ ਹੋਏ ਸਨ। ਘਰ ਪਹੁੰਚਦਿਆਂ ਤੱਕ ਸਿਰ ਤੋਂ ਲੈ ਕੇ ਪੈਰਾਂ ਤੱਕ ਚਿੱਕੜ ਦੇ ਨਾਲ ਸਾਰੇ ਲਿਬੜ ਗਏ। ਤੇ ਮਾਤਾ ਸੁਲੱਖਣੀ ਜੀ ਵੀ ਸੋਚਦੇ ਨੇ ਵੀ ਇਹ ਮੇਰੇ ਗੁਰਦੇਵ ਪਤੀ ਪਤਾ ਨਹੀਂ ਕੀ ਕਰਦੇ ਨੇ, ਬੜੇ ਬੇਪਰਵਾਹ ਹਨ। ਹੁਣੇ ਤਾਂ ਆਇਆ ਏ ਤੇ ਆਉਂਦੇ ਸਿਰ ਤੇ ਪੰਡ ਰੱਖ ਦਿੱਤੀ ਏ, ਚਿੱਕੜ ਨਾਲ ਸਾਰੇ ਕੱਪੜੇ ਲਿਬੜ ਗਏ ਨੇ। ਆਖਿਰ ਉਸ ਨੂੰ ਥੋੜਾ ਆਰਾਮ ਹੀ ਕਰ ਲੈਣ ਦਿੰਦੇ, ਕੱਪੜੇ ਹੀ ਬਦਲ ਲੈਂਦਾ।
जिस वेले गुरु नानक सच्चे पातशाह जी आए ने ना, तो माता सुलखणी जी ने आख्या भी महाराज ये तुसां की कीता भी आउंदे पंड सिर ते रख दिती है। तो गुरु नानक सच्चे पातशाह जी माता सुलखणी जी नूं कहंदे ने भी ये पंड जिहड़ी इहदे सिर ते रखी है ना, इस पंड नूं केवल यही चुक सकदा है, बस और कोई नहीं चुक सकदा। इस ये पंड यही चुक सकदा। ਤੇ ਜਿਹੜਾ ਤੈਨੂੰ ਚਿੱਕੜ ਦਿਖਾਈ ਦਿੰਦਾ ਪਿਆ ਨਾ, ਇਹ ਚਿੱਕੜ ਨਹੀਂ ਹੈ, ਇਹ ਪਰਮੇਸ਼ਰ ਵੱਲੋਂ ਬਖਸ਼ਿਸ਼ ਹੋਈ ਹੈ, ਇਹ ਕੇਸਰ ਦੇ ਛਿੱਟੇ ਨੇ ਇਹਦੇ ਉੱਤੇ। ਅੱਜ ਰੱਬ ਖੁਸ਼ ਹੋਇਆ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜੋ ਇੱਕ ਸੰਸਾਰ ਦੀ ਮਿੱਥੀ ਹੋਈ ਮਰਿਆਦਾ ਸੀ, उसनू बदल के होरियो गंग बहाइए दुनियाई आखे की क्यों। जिहड़ी सिद्धी मर्यादा चल रही सी ना, बई पिता दे जाण तो बाद उहदे पुत्र नू तखत ते बिठा दिता जांदा सी, महाराज ने इस मर्यादा नू बदल के अपने पुत्रां नू होर सिखां नू एक पासे करके पुत्रां सिखां कोख के सब उम्मत वेखो जे क्यों जां सुदोस तां लहना टिक्यो। बड़ियां महाराज ने परीक्षावां लईयां, लंबा चौड़ा इतिहास है, पर गुरु नानक सच्चे पातशाह ने इस मर्यादा नू बदल के ते भाई लहणा जी दे सिर दे उत्ते छतर चला दिता। लहणे दी फहराइए नानका दोही खट्टीए, जोत ओहा जुगत साए सहकाया फेर पलटिए। दूसरा गुरु नानक बना दिता है। और 7 दिन बाद इतिहास के अंदर गुरु नानक सच्चे पातशाह फिर ज्योति जोत समा गए सन, जो कल पुरब आप सारिਆਂ ने मनाना है। भुल्लां चुकां दी क्षमा। बहुत ही विद्वान आप सारे जानते हो, तुहाडे कोल तां रोज़ाना कथा करते हैं। असी टीवी ते बंगला साहब तो होर चैनल तो कथा सरवण करते हाँ। मैं तो क्या सी भी तुसी आप कथा करो, पर कहन लगे नहीं तुसी करो। अज ये एक विद्वान दी बहुत वड्डी विद्वता है, किसी दूसरे नू सन्मान देना, नहीं तो अपने ही लोगों का ढिड नहीं भरींदा है। बड़े ही गुरमुख प्यारे ने, इतनी मिठी बोली बोलते न, मेरे को शब्द नहीं भी मैं की कवां। हुण सतगुरु आप जानी जान हन। मेरी अरदास है गुरु चरणों के भी सतगुरु होर इन्हां नूं चढ़दी कला बख्शिश करे, ताकि जो ज्ञान सतगुरुआं ने इन्हां दी झोली च पाया वो साडी झोली दे विच पाउंदे रहन। सारियां दा एक बारी फिर धन्नवाद। भुल्लां चुकां दी क्षमा। वाहिगुरू जी का खालसा, वाहिगुरू जी की फतेह। गुरु साहिब जी ज्ञान ध्यान किछ कर्म न जाना, सार